सत श्री अकाल। तुसीं देख रहे हो पंजाब मेल यूएसए टीवी। मैं वरुण कौर मान। खबरां दे बुलेटिन 'ਚ ਤੁਹਾਡਾ स्वागत। पेश ने पहला चुणवीਆਂ खबरां। कनेडा 'ਚ 2000 प्रवासी होणगे पक्के। मैक्सीको तो अमरीका विच दाखल होण समय सिखां दीआं उतरवाईਆਂ दस्तारां जांच जारी। युद्ध की तैयारी विच चीन। ताइवान नेड़े दागियां 11 मिसाइलां। जापान विच हुई लैंडिंग। चीनी फौजी अभ्यास तो बाद ताइवान ने कई उड़ाणां कीतियां रद्द। अमरीका ने मंकी पॉक्स नूं जनतक सेहत एमरजेंसी ऐलानिया। अमरीका विच गर्भपात समर्थक एक होर बिल नूं राष्ट्रपति की मंजूरी। व्हाइट हाउस नेड़े आसमानी बिजली डिग्गण कारण 4 लोग गंभीर जख्मी। अमरीका के मॉल विच गोलीबारी, मुलजम फरार। कनेडा अमरीका च अंग्रेजी ना बोल सकण वाले भारतीय विद्यार्थियों का मुद्दा चुका है गरमा। ते हुण इन्हां खबरां दा विस्तार ते कुछ होर खबरां। कनेडा 'ਚ 2000 नवे प्रवासी पक्के होणगे, जिन्हां नूं एक्सप्रैस एंट्री दा तहत PR ਲਈ सद्दा पेश दिता गया है। हुनरमंद प्रवासियों ਲਈ कनेडा के प्रसिद्ध इमीग्रेशन मार्गां विचों एक मन्ने जांदे एक्सप्रैस एंट्री राਹੀਂ उन्हां प्रवासियों नूं ही सद्दा पत्र भेजे गए, जिन्हां दा CRS स्कोर लगभग 533 बनता है। कनेडा की परमानेंट रेजिडेंसी ਲਈ उन्हां 2000 प्रवासियों नूं ही सद्दा पत्र भेजे गए हैं, जिन्हां दा CRS भाव कंप्रीहेंसिव रैंकिंग सिस्टम स्कोर लगभग 533 है। 3 अगस्त नूं कड्ढे गए एक्सप्रैस एंट्री के इस ड्रॉ ਲਈ CRS स्कोर 20 जुलाई ਨੂੰ ਕੱਢੇ ਗਏ ਪਿਛਲੇ ਡਰਾਅ ਨਾਲੋਂ 9 अंक ਘੱਟ ਸੀ। ਇਸ ਤੋਂ ਇਲਾਵਾ ਪਿਛਲੇ ਡਰਾਅ ਦੇ ਮੁਕਾਬਲੇ ਇਸ ਡਰਾਅ ਵਿੱਚ 250 ਵੱਧ ਉਮੀਦਵਾਰਾਂ ਨੂੰ ਕੈਨੇਡਾ ਦੀ PR ਲਈ ਸੱਦਾ ਪੱਤਰ ਪ੍ਰਾਪਤ ਹੋਏ। ਉਸ ਵੇਲੇ 1750 ਪ੍ਰਵਾਸੀਆਂ ਨੂੰ PR ਲਈ ITA ਭਾਵ ਇਨਵੀਟੇਸ਼ਨ ਟੂ ਅਪਲਾਈ ਮਿਲਿਆ ਸੀ। अमरीका मैक्सीको सरहद ते हिरासत विच लए गए शरण मंगण वाले लगभग 50 सिखां दीआं दस्तारां ਜ਼ਬਤ ਕੀਤੇ ਜਾਣ ਦਾ ਮਾਮਲਾ ਪੱਕਦਾ ਨਜ਼ਰ ਆ ਰਿਹਾ ਹੈ। ਮਨੁੱਖੀ ਅਧਿਕਾਰ ਕਾਰਕੁਨਾਂ ਨੇ ਅਜਿਹੇ ਦਾਅਵੇ ਕੀਤੇ ਸਨ ਅਤੇ ਅਮਰੀਕੀ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ। ਮੀਡੀਆ ਰਿਪੋਰਟਾਂ 'ਚ ਜਾਣਕਾਰੀ ਦਿੱਤੀ ਗਈ ਹੈ, ਸਿੱਖ ਪਰੰਪਰਾ ਅਨੁਸਾਰ ਪੁਰਸ਼ ਕੇਸ ਨਹੀਂ ਕਟਵਾਉਂਦੇ ਅਤੇ ਦਸਤਾਰ ਸਜਾਉਂਦੇ ਨੇ। ਮਨੁੱਖੀ ਅਧਿਕਾਰ ਕਾਰਕੁਨ ਅਨੁਸਾਰ ਬਾਰਡਰ ਪੈਟਰੋਲ ਨੇ ਲਗਭਗ 50 ਸਿੱਖ ਪ੍ਰਵਾਸੀਆਂ ਦੀਆਂ ਦਸਤਾਰਾਂ ਜ਼ਬਤ ਕੀਤੀਆਂ ਸਨ। बुधवार ਨੂੰ ABC ਨਿਊਜ਼ ਨੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਕਮਿਸ਼ਨਰ ਕ੍ਰਿਸ ਦੇ ਬਿਆਨ ਦੇ ਹਵਾਲੇ ਨਾਲ ਕਿਹਾ, ਅਸੀਂ ਇਹਨਾਂ ਦੇਸ਼ਾਂ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ। ਮੈਕਸਨ ਨੇ ਕਿਹਾ ਕਿ ਏਜੰਸੀ ਨੇ ਚੂਨ ਵਿੱਚ ਇਹਨਾਂ ਦੋਸ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਤੁਰੰਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਸੀ। ਉਹਨਾਂ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ CBP ਕਰਮਚਾਰੀਆਂ ਦਾ ਸਾਹਮਣਾ ਜਿਨ੍ਹਾਂ ਪ੍ਰਵਾਸੀਆਂ ਨਾਲ ਹੁੰਦਾ ਹੈ ਉਹਨਾਂ ਨਾਲੋਂ ਸਤਿਕਾਰ ਨਾਲ ਪੇਸ਼ ਆਉਂਦੇ ਨੇ। ਇਸ ਮਾਮਲੇ ਦੀ ਅੰਦਰੂਨੀ ਜਾਂਚ ਦੇ ਹੁਕਮ ਦਿੱਤੇ ਗਏ ਹਨ। चीन ਅਤੇ ਤਾਇਵਾਨ ਵਿਚਾਲੇ ਤਣਾਅ ਸਿਖਰ ਤੇ ਪਹੁੰਚ ਗਿਆ ਹੈ। ਵੀਰਵਾਰ ਨੂੰ ਇੱਕ ਕਦਮ ਅੱਗੇ ਵੱਧ ਕੇ ਚੀਨ ਵੱਲੋਂ 11 ਮਿਜ਼ਾਈਲਾਂ ਦਾਗੀਆਂ ਗਈਆਂ। ਤਾਇਵਾਨ ਦੀ ਸਰਕਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਹਨਾਂ ਦੇ ਆਲੇ ਦੁਆਲੇ ਦੇ ਇਲਾਕੇ ਇਹ ਮਿਜ਼ਾਈਲਾਂ ਦਾਗੀਆਂ ਗਈਆਂ। ਕਿਹਾ ਜਾ ਰਿਹਾ ਹੈ ਕਿ ਮਿਜ਼ਾਈਲਾਂ ਦੀ ਲੈਂਡਿੰਗ ਜਾਪਾਨ ਵਿੱਚ ਹੋਈ। ਜਾਪਾਨ ਦੇ ਰੱਖਿਆ ਮੰਤਰੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਚੀਨ ਵੱਲੋਂ ਦਾਗੀਆਂ ਗਈਆਂ 5 ਮਿਜ਼ਾਈਲਾਂ ਜਾਪਾਨ ਦੇ ਇਲਾਕੇ ਵਿੱਚ ਡਿੱਗੀਆਂ ਨੇ। ਇਹ ਇੱਕ ਗੰਭੀਰ ਮਾਮਲਾ ਹੈ ਕਿਉਂਕਿ ਇਸ ਦਾ ਸਿੱਧਾ ਸੰਬੰਧ ਸਾਡੇ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਅਸੀਂ ਲੋਕਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕਰ ਸਕਦੇ। ਉਂਝ ਚੀਨ ਦੀ ਕਾਰਵਾਈ ਇਸ ਲਈ ਵੀ ਚਿੰਤਾ ਵਧਾਉਂਦੀ ਹੈ ਕਿਉਂਕਿ ਬੁੱਧਵਾਰ ਨੂੰ ਤਾਇਵਾਨ ਦੇ ਏਅਰ ਜ਼ੋਨ ਵਿੱਚ ਚੀਨੀ ਸਟਾਈਲ ਲੜਾਕੂ ਜਹਾਜ਼ ਦੇਖੇ ਗਏ ਸਨ। ਉਸ ਕਾਰਵਾਈ ਕਾਰਨ ਤਾਇਵਾਨ ਨੇ ਵੀ ਆਪਣਾ ਮਿਜ਼ਾਈਲ ਸਿਸਟਮ ਐਕਟੀਵੇਟ ਕਰ ਦਿੱਤਾ ਸੀ। ਹੁਣ ਉਸ ਟਕਰਾਅ ਦੇ ਬਾਅਦ ਵੀਰਵਾਰ ਨੂੰ ਫਿਰ ਦੋਵੇਂ ਦੇਸ਼ ਆਮੋ ਸਾਹਮਣੇ ਆ ਗਏ। ਮਿਲਟਰੀ ਅਭਿਆਸ ਦੇ ਨਾਮ ਤੇ ਚੀਨ ਲਗਾਤਾਰ ਤਾਇਵਾਨ ਨੂੰ ਚੇਤਾਵਨੀ ਦੇ ਰਿਹਾ ਹੈ। ਮਿਜ਼ਾਈਲਾਂ ਦਾਗ ਕੇ ਉਸ ਨੂੰ ਡਰਾਇਆ ਜਾ ਰਿਹਾ। ਹੁਣ ਦੋਵਾਂ ਦੇਸ਼ਾਂ ਵਿਚਾਲੇ ਸ਼ੁਰੂ ਹੋਈ ਇਸ ਤਣਾਅ ਦੀ ਸਕ੍ਰਿਪਟ ਅਮਰੀਕਾ ਦੁਆਰਾ ਲਿਖੀ ਗਈ ਹੈ। ਜਦੋਂ ਤੋਂ ਅਮਰੀਕੀ ਸੰਸਦ ਦੀ ਸਪੀਕਰ ਨੈਂਸੀ ਪੈਲੋਸੀ ਨੇ ਤਾਇਵਾਨ ਦਾ ਦੌਰਾ ਕੀਤਾ ਹੈ, ਚੀਨ ਵੱਲੋਂ ਧਮਕੀਆਂ ਦਾ ਦੌਰ ਸ਼ੁਰੂ ਹੋ ਗਿਆ। ਹੁਣ ਪੈਲੋਸੀ ਤਾਂ ਤਾਇਵਾਨ ਤੋਂ ਚਲੇ ਗਏ ਨੇ, ਪਰ ਅਮਰੀਕਾ ਦੇ ਇਸ ਕਦਮ ਨਾਲ ਦੋਵਾਂ ਦੇਸ਼ਾਂ ਵਿੱਚ ਤਣਾਅ ਵੱਧ ਗਿਆ। ਜਾਣਕਾਰੀ ਲਈ ਦੱਸ ਦਈਏ ਕਿ ਅਧਿਕਾਰਤ ਮੀਡੀਆ ਰਿਪੋਰਟਾਂ ਮੁਤਾਬਕ ਚੀਨੀ ਸੈਨਾ 4 ਤੋਂ 7 ਅਗਸਤ ਤੱਕ 6 ਵੱਖ-ਵੱਖ ਖੇਤਰਾਂ ਵਿੱਚ ਮਿਲਟਰੀ ਅਭਿਆਸ ਕਰੇਗੀ, ਜੋ ਤਾਇਵਾਨ ਟਾਪੂ ਨੂੰ ਸਾਰੀਆਂ ਦਿਸ਼ਾਵਾਂ ਤੋਂ ਘੇਰਦੇ ਨੇ। ਇਹਨਾਂ ਹਾਲਾਤ ਤੇ ਅਮਰੀਕਾ ਨਜ਼ਰ ਬਣਾਏ ਹੋਏ ਹੈ। ਇਸ ਦੇ ਇਲਾਵਾ ਗਲੋਬਲ ਟਾਈਮਜ਼ ਨੇ ਚੀਨੀ ਮਾਹਿਰਾਂ ਦੇ ਹਵਾਲੇ ਨਾਲ ਕਿਹਾ ਕਿ ਚੀਨ ਦਾ ਇਹ ਅਭਿਆਸ ਬੇਮਿਸਾਲ ਹੈ ਕਿਉਂਕਿ PLA ਦੀਆਂ ਮਿਜ਼ਾਈਲਾਂ ਦੇ ਪਹਿਲੀ ਵਾਰ ਤਾਇਵਾਨ ਟਾਪੂ ਤੇ ਉਡਾਣ ਭਰਨ ਦੀ ਉਮੀਦ ਹੈ। ਅਜਿਹੀ ਸਥਿਤੀ ਵਿੱਚ ਪਹਿਲਾਂ ਨਾਲੋਂ ਚੱਲ ਰਿਹਾ ਤਣਾਅ ਵਧਣ ਦੀ ਸੰਭਾਵਨਾ ਹੈ। ਵਰਤਮਾਨ ਵਿੱਚ ਅਮਰੀਕਾ ਤਾਇਵਾਨ ਦੀ ਮਦਦ ਦੀ ਗੱਲ ਕਰ ਰਿਹਾ, ਸੁਰੱਖਿਆ ਦੀ ਗਰੰਟੀ ਦੇ ਰਿਹਾ, ਪਰ ਜ਼ਮੀਨ ਤੇ ਜਿਹੋ ਸਥਿਤੀ ਬਣੀ ਹੋਈ ਹੈ ਉਸ ਨੂੰ ਦੇਖਦੇ ਹੋਏ ਤਾਇਵਾਨ ਅਮਰੀਕਾ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਨਹੀਂ ਕਰ ਸਕਦਾ। ਇਸ ਦਾ ਸਭ ਤੋਂ ਵੱਡਾ ਉਦਾਹਰਨ ਰੂਸ ਯੂਕਰੇਨ ਯੁੱਧ ਦੇ ਰੂਪ ਵਿੱਚ ਦੇਖਣ ਨੂੰ ਮਿਲਿਆ,
ਜਿੱਥੇ ਸ਼ੁਰੂਆਤ ਵਿੱਚ ਅਮਰੀਕਾ ਲਗਾਤਾਰ ਯੂਕਰੇਨ ਦਾ ਸਮਰਥਨ ਕਰਦਾ ਰਿਹਾ, ਉਸ ਨੂੰ ਰੂਸ ਖਿਲਾਫ ਉਕਸਾਉਂਦਾ ਰਿਹਾ, ਪਰ ਜਿਵੇਂ ਯੁੱਧ ਸ਼ੁਰੂ ਹੋਇਆ ਅਮਰੀਕਾ ਨੇ ਉੱਥੇ ਆਪਣੀ ਸੈਨਾ ਭੇਜਣ ਤੋਂ ਇਨਕਾਰ ਕਰ ਦਿੱਤਾ ਤੇ ਕੇਵਲ ਰੂਸ ਤੇ ਪਾਬੰਦੀਆਂ ਲਗਾਉਣ ਦੀ ਕਾਰਵਾਈ ਕੀਤੀ। ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੈਲੋਸੀ ਦੇ ਤਾਇਵਾਨ ਦੇ ਦੌਰੇ ਦੀ ਪ੍ਰਤੀਕਿਰਿਆ 'ਚ ਚੀਨੀ ਜਲ ਸੈਨਾ ਵੱਲੋਂ ਮਿਜ਼ਾਈਲਾਂ ਦਾਗਣ ਤੋਂ ਬਾਅਦ ਤਾਇਵਾਨ ਨੇ ਵੀਰਵਾਰ ਨੂੰ ਕਈ ਉਡਾਣਾਂ ਰੱਦ ਕਰ ਦਿੱਤੀਆਂ। ਤਾਇਵਾਨ ਨੂੰ ਚੀਨ ਆਪਣਾ ਖੇਤਰ ਹੋਣ ਦਾ ਦਾਅਵਾ ਕਰਦਾ ਹੈ। ਚੀਨ ਨੇ ਵੀ ਜਹਾਜ਼ ਨੂੰ ਫੌਜੀ ਅਭਿਆਸ ਦੌਰਾਨ ਸਵੈ ਸ਼ਾਸਿਤ ਟਾਪੂ ਦੇ ਨੇੜੇ ਤੇੜੇ ਦੇ ਖੇਤਰਾਂ 'ਚ ਸੇਵਾਵਾਂ ਚਲਾਉਣ ਤੋਂ ਬਚਣ ਦਾ ਆਦੇਸ਼ ਦਿੱਤਾ। ਹਾਂਗਕਾਂਗ ਦੇ ਅਖਬਾਰ ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਫੌਜੀ ਅਭਿਆਸ ਨੂੰ ਤਾਇਵਾਨ ਦੀ ਪ੍ਰਭਾਵਸ਼ਾਲੀ ਨਾਕਾਬੰਦੀ ਦੱਸਿਆ। ਬੀਜਿੰਗ ਦੀਆਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰਦਿਆਂ ਪੈਲੋਸੀ ਮੰਗਲਵਾਰ ਨੂੰ ਤਾਇਵਾਨ ਦੀ ਆਪਣੀ ਇੱਕ ਦਿਨ ਯਾਤਰਾ ਤੇ ਪਹੁੰਚੀ। ਇਸ ਤੋਂ ਬਾਅਦ ਚੀਨ ਨੇ ਤਾਇਵਾਨ ਦੇ ਆਲੇ ਦੁਆਲੇ ਫੌਜੀ ਅਭਿਆਸ ਸ਼ੁਰੂ ਕਰ ਦਿੱਤਾ ਸੀ। ਚੀਨ ਨੇ ਮੱਛੀ ਅਤੇ ਫਲਾਂ ਸਮੇਤ ਸੈਂਕੜੇ ਤਾਇਵਾਨੀ ਉਤਪਾਦਾਂ ਦੇ ਆਯਾਤ ਤੇ ਪਾਬੰਦੀ ਲਗਾ ਦਿੱਤੀ ਹੈ। ਚਾਈਨਾ ਟਾਈਮਜ਼ ਦੀ ਖਬਰ ਮੁਤਾਬਕ ਵੀਰਵਾਰ ਨੂੰ ਤਾਇਵਾਨ ਤੋਂ ਆਉਣ ਜਾਣ ਵਾਲੀਆਂ ਘੱਟੋ-ਘੱਟ 40 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਹਾਲਾਂਕਿ ਖਬਰ ਵਿੱਚ ਰਾਜਧਾਨੀ ਤਾਈਪੋ ਦੇ ਹਵਾਈ ਅੱਡੇ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਜ਼ਰੂਰੀ ਨਹੀਂ ਹੈ ਕਿ ਉਡਾਣਾਂ ਨੂੰ ਰੱਦ ਕਰਨ ਦਾ ਸੰਬੰਧ ਫੌਜੀ ਅਭਿਆਸ ਨਾਲ ਹੈ। ਇਸ ਦੌਰਾਨ ਸਮੁੰਦਰੀ ਕਾਰਗੋ ਜਹਾਜ਼ਾਂ ਦੀ ਆਵਾਜਾਈ ਤੇ ਸੰਭਾਵਤ ਪ੍ਰਭਾਵ ਦਾ ਕੋਈ ਤੁਰੰਤ ਸੰਕੇਤ ਨਹੀਂ ਮਿਲਿਆ, ਜਿਸ ਨਾਲ ਵਿਸ਼ਵ ਅਰਥ ਵਿਵਸਥਾ ਨੂੰ ਝਟਕਾ ਲੱਗ ਸਕਦਾ ਹੈ। ਤਾਇਵਾਨ ਸਮਾਰਟਫੋਨ, ਆਟੋ, ਟੈਬਲੇਟ, ਕੰਪਿਊਟਰ ਅਤੇ ਹੋਰ ਇਲੈਕਟ੍ਰੋਨਿਕਸ ਸਮਾਨ ਵਿੱਚ ਵਰਤੀਆਂ ਜਾਣ ਵਾਲੀਆਂ ਅੱਧੀਆਂ ਤੋਂ ਵੱਧ ਪ੍ਰੋਸੈਸਰ ਚਿਪਸ ਦਾ ਉਤਪਾਦਨ ਕਰਦਾ ਹੈ। ਅਮਰੀਕਾ ਨੇ ਤੇਜ਼ੀ ਨਾਲ ਫੈਲ ਰਹੇ ਮੰਕੀ-ਪੌਕਸ ਦੇ ਪ੍ਰਤੀ ਸਰਕਾਰ ਜਵਾਬੀ ਕਾਰਵਾਈ ਨੂੰ ਵਧਾਉਣ ਲਈ ਇੱਕ ਬਿਮਾਰੀ ਨੂੰ ਜਨਤਕ ਸਿਹਤ ਐਲਾਨ ਦਿੱਤਾ ਹੈ। ਜਾਣੀ ਕਿ ਮੰਕੀ-ਪੌਕਸ ਨੂੰ ਦੇਸ਼ ਵਿੱਚ ਪਹਿਲਾਂ ਹੀ 6600 ਤੋਂ ਵੱਧ ਲੋਕ ਇਸ ਬਿਮਾਰੀ ਤੋਂ ਪ੍ਰਭਾਵਿਤ ਹੋ ਚੁੱਕੇ ਨੇ। ਇਹ ਐਲਾਨ ਵਾਇਰਸ ਦਾ ਮੁਕਾਬਲਾ ਕਰਨ ਲਈ ਸੰਘੀ ਫੰਡਾਂ ਅਤੇ ਸਰੋਤਾਂ ਨੂੰ ਚੈਨਲਾਈਜ਼ ਕਰਨ ਵਿੱਚ ਮਦਦ ਕਰੇਗੀ। ਇਸ ਮਾਮਲੇ ਨਾਲ ਜੁੜੇ ਲੋਕਾਂ ਨੇ ਇਸ ਐਲਾਨ ਤੋਂ ਪਹਿਲਾਂ ਆਪਣੀ ਪਛਾਣ ਨਾ ਦੱਸਣ ਦੀ ਸ਼ਰਤ ਤੇ ਜਾਣਕਾਰੀ ਦਿੱਤੀ ਹੈ। ਇਹ ਐਲਾਨ ਅਜਿਹੇ ਸਮੇਂ ਵਿੱਚ ਹੋਇਆ ਜਦੋਂ ਬਾਈਡਨ ਪ੍ਰਸ਼ਾਸਨ ਨੂੰ ਮੰਕੀ-ਪੌਕਸ ਵੈਕਸੀਨ ਦੀ ਉਪਲਬਧਤਾ ਨੂੰ ਲੈ ਕੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਨਿਊਯਾਰਕ ਅਤੇ ਸੈਨ ਫਰਾਂਸਿਸਕੋ ਵਰਗੇ ਵੱਡੇ ਸ਼ਹਿਰਾਂ ਦੇ ਕਲੀਨਿਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਮੰਗ ਨੂੰ ਪੂਰਾ ਕਰਨ ਲਈ 2 ਡੋਜ਼ ਵੈਕਸੀਨ ਦੀਆਂ ਲੋੜੀਂਦੀਆਂ ਖੁਰਾਕਾਂ ਨਹੀਂ ਮਿਲੀਆਂ। ਕਈਆਂ ਨੂੰ ਪਹਿਲੀ ਖੁਰਾਕ ਦੀ ਸਪਲਾਈ ਯਕੀਨੀ ਬਣਾਉਣ ਲਈ ਦੂਜੀ ਖੁਰਾਕ ਦੇਣਾ ਵੀ ਬੰਦ ਕਰਨਾ ਪਿਆ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਗਰਭਪਾਤ ਅਧਿਕਾਰ ਦੀ ਰਾਖੀ ਕਰਨ ਵਾਲੇ ਦੂਜੇ ਬਿੱਲ ਤੇ ਵੀ ਸਾਈਨ ਕਰ ਦਿੱਤੇ ਨੇ। ਇਸ ਬਿੱਲ ਦੇ ਲਾਗੂ ਹੋਣ ਤੇ ਕੇਂਦਰੀ ਸਿਹਤ ਵਿਭਾਗ ਨੂੰ ਇਹ ਅਧਿਕਾਰ ਮਿਲ ਜਾਏਗਾ ਕਿ ਉਹ ਗਰਭਪਾਤ ਲਈ ਦੂਜੇ ਸੂਬਿਆਂ ਦੀ ਯਾਤਰਾ ਕਰਨ ਵਾਲੀਆਂ ਔਰਤਾਂ ਦੀ ਮਦਦ ਲਈ ਮੈਡੀਕਲ ਫੰਡ ਦੀ ਵਰਤੋਂ ਕਰ ਸਕੇਗਾ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਇਸੇ ਤਰ੍ਹਾਂ ਪਹਿਲਾਂ ਬਿੱਲ ਤੇ ਦਿੱਤੇ ਜੁਲਾਈ ਵਿੱਚ ਸਾਈਨ ਕੀਤੇ ਸੀ। ਇਸ ਦਾ ਮਕਸਦ ਸੁਪਰੀਮ ਕੋਰਟ ਦੇ ਦੇਸ਼ ਭਰ ਵਿੱਚ ਗਰਭਪਾਤ ਤੇ ਸੰਵਿਧਾਨਕ ਅਧਿਕਾਰ ਤੇ ਰੋਕ ਲਾਉਣ ਤੋਂ ਪਰੇਸ਼ਾਨ ਮਹਿਲਾਵਾਂ ਨੂੰ ਰਾਹਤ ਦਿਵਾਉਣਾ ਸੀ। ਹਾਲਾਂਕਿ ਇਸ ਦੂਜੇ ਕਾਨੂੰਨ ਦਾ ਵੀ ਜ਼ਿਆਦਾ ਅਸਰ ਹੋਣ ਦੀ ਸੰਭਾਵਨਾ ਨਹੀਂ ਹੈ, ਕਿਉਂਕਿ ਅਮਰੀਕੀ ਰਾਜਾਂ ਵਿੱਚ ਜਿੱਥੇ ਰਿਪਬਲਿਕਨ ਸੱਤਾ ਵਿੱਚ ਨੇ ਉਹ ਗਰਭਪਾਤ ਤੇ ਪਾਬੰਦੀਆਂ ਹੋਰ ਸਖਤ ਕਰਦੇ ਜਾ ਰਹੇ ਨੇ। ਇਸ ਨਾਲ ਸੰਬੰਧਿਤ ਦਵਾਈਆਂ ਤੇ ਰੋਕ ਲਗਾਈ ਜਾ ਰਹੀ ਹੈ ਅਤੇ ਇਹਨਾਂ ਸੇਵਾਵਾਂ ਲਈ ਫੰਡ ਮਿਲਣਾ ਮੁਸ਼ਕਿਲ ਹੋ ਗਿਆ। ਇਸ ਤੋਂ ਇੱਕ ਦਿਨ ਪਹਿਲਾਂ ਹੀ ਕੰਸਾਸ ਵਿੱਚ ਵੋਟਰਾਂ ਨੇ ਰਾਜ ਦੇ ਸੰਵਿਧਾਨ 'ਚੋਂ ਗਰਭਪਾਤ ਦੀ ਰਾਖੀ ਕਰਨ ਵਾਲੇ ਕਾਨੂੰਨ ਨੂੰ ਹਟਾਉਣ ਦਾ ਪ੍ਰਸਤਾਵ ਨਕਾਰ ਦਿੱਤਾ ਸੀ। ਵਾਈਟ ਹਾਊਸ ਦੇ ਬਾਹਰ ਅਸਮਾਨੀ ਬਿਜਲੀ ਡਿੱਗਣ ਕਾਰਨ 4 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਨੇ। ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਕੋਲੰਬੀਆ ਦੇ ਫਾਇਰ ਐਂਡ ਐਮਰਜੈਂਸੀ ਮੈਡੀਕਲ ਸਰਵਿਸਿਜ਼ ਡਿਪਾਰਟਮੈਂਟ ਦੇ ਅਨੁਸਾਰ ਵੀਰਵਾਰ ਨੂੰ ਵਾਈਟ ਹਾਊਸ ਕੰਪਲੈਕਸ ਦੇ ਬਾਹਰ ਸਥਿਤ ਲਾਫੇਟ ਪਾਰਕ ਵਿੱਚ 2 ਪੁਰਸ਼ ਅਤੇ 2 ਔਰਤਾਂ ਸਮੇਤ 4 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਖੁਫੀਆ ਸੇਵਾ ਤੇ US ਪਾਰਕ ਪੁਲਿਸ ਦੇ ਅਧਿਕਾਰੀਆਂ ਦੇ ਸਾਹਮਣੇ ਇਹ ਘਟਨਾ ਵਾਪਰੀ ਅਤੇ ਉਸ ਜ਼ਖਮੀਆਂ ਨੂੰ ਤੁਰੰਤ ਮੁੱਢਲੀ ਸਹਾਇਤਾ ਦੇਣ ਲਈ ਦੌੜੇ। ਫਾਇਰ ਵਿਭਾਗ ਦੇ ਬੁਲਾਰੇ ਵੀਟੋ ਨੇ ਕਿਹਾ ਕਿ ਐਮਰਜੈਂਸੀ ਮੈਡੀਕਲ ਟੀਮ ਨੂੰ ਸ਼ਾਮ 7 ਵਜੇ ਤੋਂ ਪਹਿਲਾਂ ਘਟਨਾ ਸਥਾਨ ਤੇ ਸੱਦਿਆ ਗਿਆ ਤੇ ਗੰਭੀਰ ਰੂਪ ਨਾਲ ਜ਼ਖਮੀ ਪੀੜਤਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪਾਰਕ ਦਾ ਇੱਕ ਹਿੱਸਾ ਵੀਰਵਾਰ ਸ਼ਾਮ ਨੂੰ 1 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਬੰਦ ਰਿਹਾ ਅਤੇ ਐਮਰਜੈਂਸੀ ਟੀਮ ਘਟਨਾ ਸਥਾਨ ਤੇ ਮੌਜੂਦ ਰਹੀ। ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਰੋਜ਼ਾਨਾ ਹੀ ਇਸ ਤਰ੍ਹਾਂ ਦੀ ਕੋਈ ਨਾ ਕੋਈ ਘਟਨਾ ਸਾਹਮਣੇ ਆ ਜਾਂਦੀ ਹੈ। ਹੁਣ ਮਿਨੀਸੋਟਾ ਦੇ ਬਲੂਮਿੰਗਟਨ ਸਥਿਤ ਮਾਲ ਆਫ ਅਮਰੀਕਾ ਵਿੱਚ ਗੋਲੀਬਾਰੀ ਦੀ ਖਬਰ ਸਾਹਮਣੇ ਆਈ। ਦੱਸਿਆ ਜਾ ਰਿਹਾ ਕਿ ਮਾਲ ਵਿੱਚ ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਫਰਾਰ ਹੋ ਗਿਆ। ਅਧਿਕਾਰੀਆਂ ਮੁਤਾਬਕ ਮੁਲਜ਼ਮ ਦਾ ਪਤਾ ਲਾਉਣ ਦੇ ਲਈ ਜਾਂਚ ਕੀਤੀ ਜਾ ਰਹੀ ਹੈ। ਮਾਲ ਵਿੱਚ ਮੌਜੂਦ ਲੋਕਾਂ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕੈਨੇਡਾ ਅਤੇ ਅਮਰੀਕਾ 'ਚ ਭਾਰਤ ਤੋਂ ਵਿਦਿਆਰਥੀਆਂ ਵਜੋਂ ਪਹੁੰਚ ਰਹੇ ਮੁੰਡੇ ਅਤੇ ਕੁੜੀਆਂ ਦਾ ਮੁੱਦਾ ਸਰਕਾਰੀ ਅਤੇ ਸਮਾਜਿਕ ਪੱਧਰ ਤੇ ਗਰਮਾਇਆ ਹੋਇਆ ਹੈ, ਜੋ ਅੰਗਰੇਜ਼ੀ ਬੋਲਣ ਵਿੱਚ ਅਸਮਰਥ ਨੇ।
ਜਦੋਂ ਕਿ ਉਹਨਾਂ ਤੋਂ ਆਈਲੈਸ ਵਿੱਚੋਂ 6 ਤੋਂ 8 ਬੈਂਡ ਤੱਕ ਹੁੰਦੇ ਨੇ। ਇਸ ਦੇ ਨਾਲ ਹੀ ਇਹ ਵੀ ਕਿ ਟੈਸਟ ਦੇ ਉਹ ਸਰਟੀਫਿਕੇਟ ਨਕਲੀ ਨਹੀਂ ਹੁੰਦੇ। ਪੰਜਾਬ ਪੁਲਿਸ ਵੱਲੋਂ ਬੀਤੇ ਦਿਨ 4 ਗ੍ਰਿਫਤਾਰੀਆਂ ਕੀਤੇ ਜਾਣ ਤੋਂ ਬਾਅਦ ਹੁਣ ਤਾਜ਼ਾ ਮਾਮਲਾ ਅੱਧੀ ਕੁ ਦਰਜਨ ਗੁਜਰਾਤੀ ਮੁੰਡਿਆਂ ਦਾ ਚਰਚਾ ਵਿੱਚ ਆਇਆ ਹੋਇਆ ਹੈ, ਜੋ ਬੀਤੀ 19 ਮਾਰਚ ਨੂੰ ਸਟੱਡੀ ਵੀਜ਼ੇ ਨਾਲ ਕੈਨੇਡਾ 'ਚ ਦਾਖਲ ਹੋਣ ਤੋਂ 2 ਹਫ਼ਤਿਆਂ ਬਾਅਦ ਕਿਸ਼ਤੀ ਵਿੱਚ ਸਵਾਰ ਹੋ ਕੇ ਦਰਿਆ ਰਾਹੀਂ ਗੈਰ ਕਾਨੂੰਨੀ ਤਰੀਕੇ ਅਮਰੀਕਾ 'ਚ ਵੜਨ ਦੀ ਕੋਸ਼ਿਸ਼ ਦੌਰਾਨ ਫੜੇ ਗਏ ਸਨ। ਪੁਲਿਸ ਵੱਲੋਂ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਜੱਜ ਨੂੰ ਹੈਰਾਨੀ ਹੋਈ ਕਿ ਉਹਨਾਂ ਮੁੰਡਿਆਂ ਨੂੰ ਅੰਗਰੇਜ਼ੀ ਦਾ ਕੋਈ ਗਿਆਨ ਨਹੀਂ ਸੀ ਅਤੇ ਹਿੰਦੀ ਦੇ ਉਲਤਕਾਰਾਂ ਦੀ ਮਦਦ ਲੈਣੀ ਪਈ, ਜਦਕਿ ਸਰਟੀਫਿਕੇਟਸ ਵਿੱਚ ਉਕਤ ਮੁੰਡਿਆਂ ਦੇ ਆਇਲਜ਼ ਟੈਸਟ ਸਕੋਰ 6.5 ਅਤੇ 7 ਬੈਂਡ ਦਿਖਾਏ ਗਏ ਸਨ। ਇਸ ਕੇਸ ਵਿੱਚ ਜਾਂਚ ਅਧਿਕਾਰੀਆਂ ਵੱਲੋਂ ਭਾਰਤ 'ਚ ਅਮਰੀਕੀ ਐਮਬੈਸੀ ਦਾ ਸਹਿਯੋਗ ਲਿਆ ਜਾ ਰਿਹਾ ਹੈ ਅਤੇ ਬੰਬਈ ਸਥਿਤ ਅਮਰੀਕੀ ਕੌਂਸਲਖਾਨੇ ਵੱਲੋਂ ਮਹਿਸਾਨਾ ਦੇ SSP ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਲਿਖਤੀ ਸ਼ਿਕਾਇਤ ਭੇਜੀ ਗਈ ਹੈ। रूस की कोर्ट ने अमरीकी बास्केटबॉल स्टार ब्रिटनी नूं 9 साल की सज़ा सुनाई है। अदालत ने उन्हें जानबूझ के नशीले पदार्थ रूस में लियाउण दा दोषी पाया। कोर्ट ने ब्रिटनी ते 1 मिलियन रूबल यानी कि लगभग 16,990 अमरीकी डॉलर का जुर्माना भी लगाया। अमरीकी राष्ट्रपति जो बाइडन ने अदालत के इस फैसले को नामंजूर कहा है। जिस समय ग्राइंडर ਨੂੰ ਹੱਥਕੜੀ ਲਗਾ ਕੇ ਕੋਰਟ ਤੋਂ ਬਾਹਰ ਲਿਜਾਇਆ ਜਾ ਰਿਹਾ ਸੀ, ਉਸ ਸਮੇਂ ਉਹਨਾਂ ਨੇ ਮੌਜੂਦ ਮੀਡੀਆ ਨੂੰ ਕਿਹਾ ਕਿ ਮੈਨੂੰ ਆਪਣੇ ਪਰਿਵਾਰ ਨਾਲ ਪਿਆਰ ਹੈ। ਗ੍ਰਾइंडर 2 ਵਾਰ ਦੀ 올림픽 ਗੋਲਡ ਮੈਡਲ ਜੇਤੂ ਹੈ। ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਸਟਾਰ ਗ੍ਰਾइंडर ਨੂੰ ਲਗਭਗ 6 ਮਹੀਨੇ ਪਹਿਲਾਂ ਫਰਵਰੀ ਦੇ ਮੱਧ ਵਿੱਚ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਰੂਸ ਵਿੱਚ ਖੇਡ ਮੁਕਾਬਲੇ ਵਿੱਚ ਹਿੱਸਾ ਲੈਣ ਆਈ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀਰਵਾਰ ਨੂੰ ਕਿਹਾ ਕਿ ਤਾਲਿਬਾਨ ਦੇ ਕੰਟਰੋਲ ਵਾਲੇ ਅਫਗਾਨਿਸਤਾਨ ਤੋਂ 110 ਸਿੱਖ ਭਾਰਤ ਆਉਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਨੇ, ਜਿਨ੍ਹਾਂ ਚੋਂ 60 ਨੂੰ ਅਜੇ ਤੱਕ ਵੀਜ਼ਾ ਨਹੀਂ ਮਿਲਿਆ। ਬੀਤੇ ਦਿਨ SGPC ਭਾਰਤੀ ਵਿਸ਼ਵ ਫੋਰਮ ਤੇ ਕੇਂਦਰ ਸਰਕਾਰ ਦੀ ਨਿਕਾਸੀ ਯੋਜਨਾ ਤਹਿਤ 2 ਬੱਚਿਆਂ ਸਮੇਤ 28 ਅਫਗਾਨੀ ਸਿੱਖਾਂ ਦਾ ਜਥਾ ਕਾਬੁਲ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਹਵਾਈ ਅੱਡੇ ਪੁੱਜੇ ਸਨ। ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਦਿੱਲੀ ਦੇ ਮਿਸ਼ਨ ਦੇ ਇੰਚਾਰਜ ਭਾਈ ਸੁਰਿੰਦਰਪਾਲ ਸਿੰਘ ਸਮਾਣਾ ਨੇ ਦੱਸਿਆ ਕਿ ਅਫਗਾਨਿਸਤਾਨ ਤੋਂ ਹਿਜਰਤ ਕਰਕੇ ਆਏ ਸਿੱਖਾਂ ਲਈ ਰਿਹਾਇਸ਼ ਦਾ ਪ੍ਰਬੰਧ ਤਿਲਕ ਨਗਰ 'ਚ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਕੀਤਾ ਗਿਆ ਹੈ। ਅਹਿਮਦਾਬਾਦ ਤੋਂ ਚੰਡੀਗੜ੍ਹ ਆਉਣ ਵਾਲੀ ਗੋ ਫਸਟ ਫਲਾਈਟ ਨੂੰ ਵਾਪਸ ਅਹਿਮਦਾਬਾਦ ਮੋੜਨਾ ਪਿਆ। ਦਰਅਸਲ ਜਹਾਜ਼ ਨੂੰ ਇੱਕ ਪੰਛੀ ਨੇ ਟੱਕਰ ਮਾਰ ਦਿੱਤੀ। ਅਜਿਹੇ 'ਚ ਸੁਰੱਖਿਆ ਲਈ ਜਹਾਜ਼ ਨੂੰ ਅਹਿਮਦਾਬਾਦ ਵੱਲ ਮੋੜਨਾ ਪਿਆ ਅਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਜਾਣਕਾਰੀ ਮੁਤਾਬਕ ਜਹਾਜ਼ ਦੇ ਇੰਜਣ ਨਾਲ ਪੰਛੀ ਟਕਰਾ ਗਿਆ। ਗੋ ਫਸਟ ਫਲਾਈਟ G8911 ਅੱਜ ਸਵੇਰੇ ਅਹਿਮਦਾਬਾਦ ਤੋਂ ਚੰਡੀਗੜ੍ਹ ਲਈ ਉਡਾਣ ਭਰ ਰਹੀ ਸੀ ਜਦੋਂ ਇਹ ਹਾਦਸਾ ਵਾਪਰਿਆ। ਹਾਲਾਂਕਿ ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਨੇ, ਪਰ ਇਸ ਘਟਨਾ ਦਾ ਪਤਾ ਲੱਗਦੇ ਹੀ ਜਹਾਜ਼ ਵਿੱਚ ਬੈਠੇ ਯਾਤਰੀ ਘਬਰਾ ਗਏ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਤੋਂ ਮਿਲੀ ਜਾਣਕਾਰੀ ਮੁਤਾਬਕ ਜਹਾਜ਼ ਦਾ ਇੰਜਣ ਇੱਕ ਪੰਛੀ ਨਾਲ ਟਕਰਾ ਗਿਆ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਪਿਛਲੇ ਕੁਝ ਹਫ਼ਤਿਆਂ 'ਚ ਫਲਾਈਟਸ 'ਚ ਤਕਨੀਕੀ ਖਰਾਬੀ ਅਤੇ ਡਾਇਵਰਟ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਸਰਕਾਰੀ ਅੰਕੜਿਆਂ ਮੁਤਾਬਕ 1 ਜੁਲਾਈ 2021 ਤੋਂ 30 ਜੂਨ 2022 ਤੱਕ ਜਹਾਜ਼ ਵਿੱਚ ਤਕਨੀਕੀ ਖਰਾਬੀ ਨਾਲ ਜੁੜੀਆਂ 478 ਘਟਨਾਵਾਂ ਹੋਈਆਂ ਨੇ। ਕੈਨੇਡਾ ਦੇ ਸਰੀ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਕੈਨੇਡਾ ਸਰੀ ਦਾ ਜੰਪਲ ਆਈਸ ਹਾਕੀ ਖਿਡਾਰੀ ਪਰਮਜੋਤ ਧਾਲੀਵਾਲ, ਜਿਸ ਨੂੰ ਪਰਮ ਧਾਲੀਵਾਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਹੈ। ਉਸ ਦੀ ਲਾਸ਼ ਨਿਊਯਾਰਕ ਦੇ ਇੱਕ ਹੋਟਲ ਦੇ ਕਮਰੇ ਵਿੱਚ 30 ਜੁਲਾਈ ਨੂੰ ਮਿਲੀ ਸੀ। ਉਹ 23 ਸਾਲ ਦਾ ਸੀ। ਉਸ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਵੈਸਟ ਕੈਲੋਨਾ ਦੇ ਸਾਬਕਾ ਵਾਰੀਅਰ ਫਾਰਵਰਡ ਪਰਮ ਧਾਲੀਵਾਲ ਦੇ ਪਿਤਾ ਦਾ ਕਹਿਣਾ ਹੈ ਕਿ ਉਸਦੇ ਪਿਤਾ ਐਂਡੀ ਦਾ ਕਹਿਣਾ ਹੈ ਕਿ ਮੈਨੂੰ ਅਜੇ ਤੱਕ ਨਹੀਂ ਪਤਾ ਕਿ ਉਸਨੂੰ ਕੀ ਹੋਇਆ। ਸਰੀ ਦੇ ਵਸਨੀਕ ਪਰਮ ਧਾਲੀਵਾਲ ਨੇ ਆਪਣੇ ਜੂਨੀਅਰ ਹਾਕੀ ਕਰੀਅਰ ਤੋਂ ਪਹਿਲਾਂ ਆਬਸਟਫੋਰਡ ਵਿੱਚ ਯੇਲ ਹਾਕੀ ਅਕੈਡਮੀ ਵਿੱਚ ਆਪਣਾ ਨਾਮ ਬਣਾਇਆ, ਜਿਸ ਦੀ ਸ਼ੁਰੂਆਤ ਉਸਨੇ 2015-16 ਵਿੱਚ ਕੀਤੀ ਸੀ। ਹਾਲਾਂਕਿ ਅਗਲੇ ਸੀਜ਼ਨ ਵਿੱਚ ਧਾਲੀਵਾਲ ਨੂੰ ਅਜੇ ਵੀ ਵਾਰੀਅਰਸ ਨਾਲ ਸਾਈਨ ਕੀਤਾ ਗਿਆ ਸੀ, ਪਰ ਉਸਨੂੰ ਹਾਕੀ ਦੇ ਕਰੀਅਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਖਤਮ ਕਰਦੇ ਹੋਏ ਸੱਟ ਲੱਗਣ ਦੇ ਕਾਰਨਾਂ ਕਰਕੇ ਪਾਸੇ ਕਰ ਦਿੱਤਾ ਗਿਆ ਸੀ। ਸੰਸਦੀ ਕਮੇਟੀ ਨੇ ਸਰਕਾਰ ਕੋਲ ਦੁਨੀਆ ਭਰ ਵਿੱਚ ਫੈਲੇ ਪ੍ਰਵਾਸੀ ਭਾਰਤੀ ਭਾਈਚਾਰੇ ਦਾ ਕੋਈ ਅਧਿਕਾਰਤ ਅੰਕੜਾ ਨਾ ਹੋਣ ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਭਾਰਤੀ ਸਫਾਰਤਖਾਨੇ, ਹਾਈ ਕਮਿਸ਼ਨ, ਮਿਸ਼ਨ ਦਾ ਪ੍ਰਵਾਸੀ ਭਾਰਤੀਆਂ ਨਾਲ ਵਿਆਪਕ ਅਤੇ ਨਜ਼ਦੀਕੀ ਸੰਪਰਕ ਹੋਣਾ ਚਾਹੀਦਾ ਹੈ ਤੇ ਉਹਨਾਂ ਨੂੰ ਪ੍ਰਵਾਸੀ ਭਾਰਤੀਆਂ ਨੂੰ ਰਜਿਸਟਰਡ ਕਰਨ ਦੇ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਉਹਨਾਂ ਦਾ ਡੇਟਾ ਤਿਆਰ ਕੀਤਾ ਜਾ ਸਕੇ। ਇਹ ਗੱਲ ਬੁੱਧਵਾਰ ਨੂੰ ਸੰਸਦ ਵਿੱਚ ਪੇਸ਼ ਕੀਤੀ ਗਈ ਭਾਜਪਾ ਸੰਸਦ ਮੈਂਬਰ PP ਚੌਧਰੀ ਦੀ ਅਗਵਾਈ ਵਾਲੀ ਵਿਦੇਸ਼ ਮਾਮਲਿਆਂ ਦੀ ਸਥਾਈ ਕਮੇਟੀ ਦੀ ਰਿਪੋਰਟ ਵਿੱਚ ਕਹੀ ਗਈ। ਪ੍ਰਵਾਸੀ ਭਾਰਤੀਆਂ ਦੁਆਰਾ ਭੇਜੀ ਗਈ ਰਕਮ ਬਾਰੇ ਪੁੱਛੇ ਜਾਣ ਤੇ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਦੂਜੇ ਦੇਸ਼ਾਂ ਤੋਂ ਆਪਣੇ
ਪਰਿਵਾਰਾਂ ਨੂੰ ਭੇਜੀ ਗਈ ਰਕਮ ਬਾਰੇ ਕੋਈ ਸਹੀ ਅੰਕੜੇ ਉਪਲਬਧ ਨਹੀਂ ਹਨ। ਹਾਲਾਂਕਿ ਇਸ ਵਿਸ਼ੇ ਤੇ ਵਿਸ਼ਵ ਬੈਂਕ ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਸਾਲ 2021 ਵਿੱਚ ਪ੍ਰਵਾਸੀ ਭਾਰਤੀਆਂ ਨੇ ਪਰਿਵਾਰਾਂ ਨੂੰ 87 ਅਰਬ ਡਾਲਰ ਦੀ ਰਾਸ਼ੀ ਭੇਜੀ ਅਤੇ ਭਾਰਤ ਇਸ ਸ਼੍ਰੇਣੀ 'ਚ ਸਭ ਤੋਂ ਅੱਗੇ ਹੈ। ਦੱਖਣ ਪੂਰਬੀ ਏਸ਼ੀਆਈ ਮੁਲਕਾਂ ਦੇ ਵਿਦੇਸ਼ ਮੰਤਰੀਆਂ ਨੇ ਤਾਇਵਾਨ ਨੂੰ ਲੈ ਕੇ ਵੱਡੀ ਫਿਕਰਮੰਦੀ ਜ਼ਾਹਿਰ ਕੀਤੀ ਹੈ। ਚੀਨ ਵੱਲੋਂ ਤਾਇਵਾਨ ਜਲਡਮਰੂ ਦੇ ਆਲੇ ਦੁਆਲੇ ਕੀਤੀ ਗਈ ਫੌਜੀ ਮਸ਼ਕ ਦਰਮਿਆਨ ਏਸ਼ੀਅਨ ਮੁਲਕਾਂ ਦੇ ਵਿਦੇਸ਼ ਮੰਤਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਮੌਜੂਦਾ ਹਾਲਾਤ ਸਿੱਧੇ ਟਕਰਾਅ ਨੂੰ ਸੱਦਾ ਦੇਣ ਵਾਂਗ ਨੇ ਤੇ ਪ੍ਰਮੁੱਖ ਆਲਮੀ ਤਾਕਤਾਂ ਲਈ ਅਸਧਾਰਨ ਸਿੱਟੇ ਹੋਣਗੇ। ਮੀਟਿੰਗ ਵਿੱਚ ਸ਼ਾਮਲ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ 10 ਮੁਲਕੀ ਸਮੂਹ ਓਸ਼ੀਅਨ ਹਿੰਦ ਪ੍ਰਸ਼ਾਂਤ ਖੇਤਰ, ਅੱਤਵਾਦ ਦੇ ਟਾਕਰੇ ਅਤੇ ਯੂਕਰੇਨ ਤੇ ਮਿਆਂਮਾਰ ਦੇ ਮੌਜੂਦ ਘਟਨਾਕ੍ਰਮਾਂ ਨੂੰ ਲੈ ਕੇ ਇੱਕ ਮੱਤ ਤੇ ਇਸ ਦਿਸ਼ਾ ਵਿੱਚ ਮਿਲ ਕੇ ਕਦਮ ਪੁੱਟਣ ਦੇ ਤਿਆਰ ਨੇ। ਬ੍ਰਿਟੇਨ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਦੇ ਇੱਕ ਨਵੇਂ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਵਿਦੇਸ਼ ਮੰਤਰੀ ਲਿਜ਼ ਟਰਸ ਪ੍ਰਧਾਨ ਮੰਤਰੀ ਅਹੁਦੇ ਤੇ ਬੋਰਿਸ ਜੌਨਸਨ ਦੀ ਥਾਂ ਲੈਣ ਲਈ ਆਪਣੇ ਵਿਰੋਧੀ ਰਿਸ਼ੀ ਸੁਨਕ ਤੋਂ ਅੱਗੇ ਨੇ। ਬੁੱਧਵਾਰ ਰਾਤ ਨੂੰ ਕੰਜ਼ਰਵੇਟਿਵ ਦੀ ਵੈਬਸਾਈਟ ਦੁਆਰਾ ਜਾਰੀ ਕੀਤੇ ਗਏ ਇੱਕ ਸਰਵੇਖਣ 'ਚ ਪਾਇਆ ਗਿਆ ਕਿ ਪਾਰਟੀ ਦੇ 58% ਮੈਂਬਰਾਂ ਨੇ ਟਰਸ ਦਾ ਸਮਰਥਨ ਕੀਤਾ। ਨਵਾਂ ਨੇਤਾ 5 ਸਤੰਬਰ ਨੂੰ 10 ਡਾਊਨਿੰਗ ਸਟਰੀਟ ਵਿਖੇ ਅਹੁਦਾ ਸੰਭਾਲੇਗਾ। ਸਾਬਕਾ ਵਿੱਤ ਮੰਤਰੀ ਸੁਨਕ ਨੂੰ 26% ਸਮਰਥਨ ਮਿਲਿਆ, ਜਦੋਂ ਕਿ 12% ਆਪਣੇ ਫੈਸਲੇ ਤੋਂ ਅਨਿਸ਼ਚਿਤ ਸਨ। ਬੁੱਧਵਾਰ ਤੋਂ ਬਾਅਦ ਇਹ ਦੂਜੀ ਪੋਲਿੰਗ ਹੈ ਜਿਸ ਵਿੱਚ ਕੈਬਨਿਟ ਮੰਤਰੀ ਟਰਸ ਨੂੰ ਭਾਰਤੀ ਮੂਲ ਦੇ ਸੁਨਕ ਤੇ ਬੜ੍ਹਤ ਦਿੰਦੇ ਹੋਏ ਦਿਖਾਇਆ ਗਿਆ। ਬ੍ਰਿਟੇਨ ਦੇ ਬਰਮਿੰਘਮ ਨੇੜੇ ਇੱਕ ਕਸਬੇ ਵਿੱਚ ਇੱਕ ਬਜ਼ੁਰਗ ਸਿੱਖ ਨੂੰ ਇੱਕ ਸਥਾਨਕ ਨਿਵਾਸੀ ਦੁਆਰਾ ਬਾਰ-ਬਾਰ ਮੁੱਕਾ ਮਾਰਿਆ ਗਿਆ ਤੇ ਧਮਕੀ ਦਿੱਤੀ ਗਈ। ਇਸ ਘਟਨਾ ਸੰਬੰਧੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਘਟਨਾ ਦੇ ਬਾਅਦ ਸਥਾਨਕ ਸਿੱਖ ਸਥਾਨਕ ਨਿਵਾਸੀ ਦੇ ਘਰ ਦੇ ਬਾਹਰ ਇਕੱਠੇ ਹੁੰਦੇ ਨੇ ਅਤੇ ਉਸ ਨੂੰ ਪੀੜਤ ਤੋਂ ਮਾਫੀ ਮੰਗਣ ਲਈ ਕਹਿੰਦੇ ਨੇ। ਇਸ ਦੌਰਾਨ ਇੱਕ ਸਿੱਖ ਨੇ ਸਥਾਨਕ ਨਿਵਾਸੀ ਨੂੰ ਧੱਕਾ ਵੀ ਦਿੱਤਾ। ਯੂਕੇ ਸਥਿਤ ਹਰਮੀਤ ਸਿੰਘ ਪਕਨਾ ਨੇ ਦੱਸਿਆ ਕਿ ਇਹ ਘਟਨਾ 29 ਜੁਲਾਈ ਨੂੰ ਡਿੰਕਨਸਨ ਡਰਾਈਵ ਵਾਲਸਾਲ ਵਿੱਚ ਵਾਪਰੀ ਸੀ। ਇਸ ਘਟਨਾ ਦਾ ਵੀਡੀਓ ਮੰਗਲਵਾਰ ਨੂੰ ਸੋਸ਼ਲ ਮੀਡੀਆ ਤੇ ਸਾਹਮਣੇ ਆਇਆ, ਜਿਸ ਵਿੱਚ ਟੌਪਲੈਸ ਵਿਅਕਤੀ ਨੂੰ ਬਜ਼ੁਰਗ ਸਿੱਖ ਆਦਮੀ ਨੂੰ ਧਮਕਾਉਂਦੇ ਦੇਖਿਆ ਜਾ ਸਕਦਾ ਹੈ ਜੋ ਉਸ ਦੇ ਕਿਚਨ ਗਾਰਡਨ ਵਿੱਚ ਕੰਮ ਕਰ ਰਿਹਾ ਸੀ। ਕੁਝ ਸਕਿੰਟਾਂ ਬਾਅਦ ਸਥਾਨਕ ਨਿਵਾਸੀ ਨੇ ਇੱਕ ਕੁਦਾਲ ਚੁੱਕੀ ਅਤੇ ਸਿੱਖ ਵਿਅਕਤੀ ਨੂੰ ਮਾਰਨ ਦੀ ਧਮਕੀ ਦਿੱਤੀ। ਸਥਾਨਕ ਨਿਵਾਸੀ ਨੇ ਫਿਰ ਕੁਦਾਲ ਸੁੱਟੀ ਅਤੇ ਸਿੱਖ ਵਿਅਕਤੀ ਨੂੰ ਬਾਰ-ਬਾਰ ਇੰਨੇ ਜ਼ੋਰ ਨਾਲ ਮੁੱਕੇ ਮਾਰੇ ਕਿ ਉਸ ਦੀ ਪੱਗ ਉਤਰ ਗਈ। ਡਰੇ ਹੋਏ ਸਿੱਖ ਵਿਅਕਤੀ ਨੇ ਫਿਰ ਆਪਣੀ ਪੱਗ ਚੁਰ ਕੇ ਸਿਰ ਤੇ ਬੰਨ੍ਹ ਲਈ, ਜਦਕਿ ਸਥਾਨਕ ਨਿਵਾਸੀ ਉਸ ਨੂੰ ਧਮਕੀਆਂ ਦੇਣ ਤੋਂ ਬਾਅਦ ਉੱਥੋਂ ਚਲਾ ਗਿਆ। ਸੂਤਰਾਂ ਨੇ ਦੱਸਿਆ ਕਿ ਘਟਨਾ ਬਾਰੇ ਸਥਾਨਕ ਸਿੱਖਾਂ ਨੂੰ ਪਤਾ ਲੱਗਣ ਤੋਂ ਬਾਅਦ ਉਹ ਇਕੱਠੇ ਹੋਏ ਅਤੇ ਸਥਾਨਕ ਨਿਵਾਸੀ ਦੇ ਘਰ ਗਏ ਅਤੇ ਉਸ ਤੋਂ ਮਾਫੀ ਮੰਗਣ ਲਈ ਕਿਹਾ। ਵੀਡੀਓ ਵਿੱਚ ਟੌਪਲੈਸ ਵਿਅਕਤੀ ਦਰਵਾਜ਼ੇ ਤੇ ਖੜਾ ਦਿਖਾਈ ਦਿੱਤਾ, ਜਦੋਂ ਕਿ ਸਿੱਖਾਂ ਦਾ ਇੱਕ ਸਮੂਹ ਉਸ ਦਾ ਮੁਕਾਬਲਾ ਕਰਦਾ ਹੈ। ਵੀਡੀਓ ਵਿੱਚ ਉਹ ਕਹਿੰਦਾ ਹੈ, ਮੈਂ ਮੁਆਫੀ ਮੰਗਦਾ ਹਾਂ, ਪਰ ਇੱਕ ਵਿਅਕਤੀ ਉਸ ਨੂੰ ਸਿੱਖ ਵਿਅਕਤੀ ਦੀ ਪੱਗ ਉਤਾਰਨ ਲਈ ਮੁਆਫੀ ਮੰਗਣ ਲਈ ਕਹਿੰਦਾ ਹੈ। ਉਹ ਫਿਰ ਮਾਫੀ ਨੂੰ ਦੁਹਰਾਉਂਦਾ ਹੈ ਅਤੇ ਕਹਿੰਦਾ ਹੈ ਕਿ ਉਹ ਅਜਿਹਾ ਦੁਬਾਰਾ ਨਹੀਂ ਕਰੇਗਾ। ਵੀਡੀਓ ਵਿੱਚ ਇੱਕ ਵਿਅਕਤੀ ਸਥਾਨਕ ਨਿਵਾਸੀ ਨੂੰ ਮੁੱਕਾ ਮਾਰਦਾ ਹੈ ਅਤੇ ਉਸ ਦਰਵਾਜ਼ੇ ਨੂੰ ਵੀ ਮਾਰਦਾ ਦੇਖਿਆ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵੈਸਟ ਮਿਡਲੈਂਡਸ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਭਿਆਨਕ ਧਮਾਕਿਆਂ ਨਾਲ ਦੱਖਣੀ ਯੂਕਰੇਨ ਦਾ ਸ਼ਹਿਰ ਮਾਈਕਲੋਵ ਵੀਰਵਾਰ ਨੂੰ ਹਿੱਲ ਗਿਆ। ਦੇਸ਼ ਦੇ ਸਭ ਤੋਂ ਵੱਡੇ ਪਰਮਾਣੂ ਪਲਾਂਟ ਨੇੜੇ ਸਥਿਤ ਸ਼ਹਿਰ ਨੂੰ ਵੀ ਰੂਸੀ ਸੁਰੱਖਿਆ ਬਲਾਂ ਨੇ ਨਿਸ਼ਾਨਾ ਬਣਾਇਆ। ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ। ਰਾਸ਼ਟਰਪਤੀ ਦਫ਼ਤਰ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਘੱਟੋ-ਘੱਟ 4 ਆਮ ਨਾਗਰਿਕ ਮਾਰੇ ਗਏ ਤੇ 10 ਹੋਰ ਜ਼ਖਮੀ ਹੋਏ। ਯੂਕਰੇਨ ਦੇ ਘੱਟੋ-ਘੱਟ 9 ਖੇਤਰਾਂ 'ਚ ਗੋਲੀਬਾਰੀ ਕੀਤੀ ਗਈ। ਯੂਕਰੇਨ ਦੇ ਅਧਿਕਾਰੀਆਂ ਮੁਤਾਬਕ ਰੂਸੀ ਸੁਰੱਖਿਆ ਬਲਾਂ ਨੇ ਮੱਧ ਖੇਤਰ ਦੇ ਨਿਕੋਪੋਲ ਨੂੰ 60 ਰਾਕੇਟ ਨਾਲ ਨਿਸ਼ਾਨਾ ਬਣਾਇਆ। ਸ਼ਹਿਰ 'ਚ ਕਰੀਬ 50 ਰਿਹਾਇਸ਼ੀ ਇਮਾਰਤਾਂ ਨੁਕਸਾਨੀਆਂ ਗਈਆਂ। ਹਮਲਿਆਂ 'ਚ ਬਿਜਲੀ ਲਾਈਨ ਦੇ ਪ੍ਰਭਾਵਿਤ ਹੋਣ ਨਾਲ ਬਿਜਲੀ ਸਪਲਾਈ ਵੀ ਠੱਪ ਹੋ ਗਈ। ਨਿਕੋਪੋਲ ਨਾਈਪਰ ਨਦੀ ਦੇ ਕੰਢੇ ਸਥਿਤ ਹੈ, ਜਿੱਥੇ ਜ਼ਾਪੋਰੀਜ਼ੀਆ ਪਰਮਾਣੂ ਪਲਾਂਟ ਹੈ। ਰੂਸ ਨੇ ਯੁੱਧ ਦੇ ਸ਼ੁਰੂਆਤੀ ਦਿਨਾਂ 'ਚ ਇਸ ਪਲਾਂਟ ਤੇ ਕਬਜ਼ਾ ਕਰ ਲਿਆ ਸੀ। ਸੰਯੁਕਤ ਰਾਸ਼ਟਰ ਪਰਮਾਣੂ ਨਿਗਰਾਨੀ ਏਜੰਸੀ ਦੇ ਮੁਖੀ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਜ਼ਾਪੋਰੀਜ਼ੀਆ ਪਲਾਂਟ ਦੀ ਸਥਿਤੀ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਸੀ। ਰਾਸ਼ਟਰਪਤੀ ਦਫ਼ਤਰ ਨੇ ਕਿਹਾ ਕਿ ਉੱਤਰੀ ਯੂਕਰੇਨ ਵਿੱਚ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਖਾਰਕਿਵ ਨੂੰ ਵੀ ਰੂਸੀ ਸੁਰੱਖਿਆ ਬਲਾਂ ਨੇ ਨਿਸ਼ਾਨਾ ਬਣਾਇਆ। ਸ਼ਹਿਰ 'ਚ ਕਈ ਉਦਯੋਗਿਕ ਇਕਾਈਆਂ ਤੇ ਬੰਬਾਰੀ ਕੀਤੀ ਗਈ। ਨੇੜੇ ਦੇ ਸ਼ਹਿਰ 'ਚ 5 ਮੰਜ਼ਲਾ ਰਿਹਾਇਸ਼ੀ ਇਮਾਰਤ ਤੇ ਵੀ ਬੰਬਾਰੀ ਕੀਤੀ ਗਈ। ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ ਤੇ 12% GST ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸ ਐਂਡ ਕਸਟਮਜ਼ ਨੇ ਇਸ ਮਾਮਲੇ ਵਿੱਚ ਸਫਾਈ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਰਾਵਾਂ ਤੇ GST ਨਹੀਂ ਲਗਾਇਆ ਗਿਆ। ਇਸ ਨੂੰ ਭਰਨ ਲਈ ਕੋਈ ਨੋਟਿਸ ਨਹੀਂ ਭੇਜਿਆ ਗਿਆ। CBIC ਨੇ ਕਿਹਾ ਕਿ GST ਕੌਂਸਲ ਦੀ 47ਵੀਂ ਬੈਠਕ ਹੋਈ ਸੀ। ਉਸ ਦੀ ਸਿਫਾਰਿਸ਼ ਮੁਤਾਬਕ 1000 ਰੁਪਏ ਪ੍ਰਤੀ ਦਿਨ ਕਿਰਾਏ ਵਾਲੇ ਹੋਟਲ ਕਮਰਿਆਂ ਤੋਂ GST ਛੋਟ ਵਾਪਸ ਲੈ ਲਈ ਗਈ ਹੈ। ਇਹਨਾਂ ਤੇ 12% GST ਲਗਾਇਆ ਗਿਆ ਹੈ। ਹਾਲਾਂਕਿ ਇਸ ਵਿੱਚ ਇੱਕ ਹੋਰ ਛੋਟ ਹੈ ਜੋ ਕਿਸੇ ਵੀ ਚੈਰੀਟੇਬਲ ਜਾਂ ਧਾਰਮਿਕ ਟਰਸਟ ਵੱਲੋਂ ਕਮਰੇ ਕਿਰਾਏ ਤੇ ਦੇਣ ਨੂੰ GST ਤੋਂ ਛੋਟ ਦਿੰਦੀ ਹੈ,
ਜਿੱਥੇ ਕਮਰੇ ਲਈ ਚਾਰਜ ਰਕਮ 1000 ਤੋਂ ਘੱਟ ਹੈ। ਇਹ ਛੋਟ ਬਿਨਾਂ ਕਿਸੇ ਬਦਲਾਅ ਦੇ ਲਾਗੂ ਹੈ। CBIC ਨੇ ਕਿਹਾ ਕਿ ਇਹ ਵੀ ਕਿਹਾ ਜਾ ਰਿਹਾ ਕਿ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈਆਂ ਜਾ ਰਹੀਆਂ 3 ਸਰਾਵਾਂ ਨੇ GST ਦਾ ਭੁਗਤਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ 3 ਗੁਰੂ ਗੋਬਿੰਦ ਸਿੰਘ ਪ੍ਰਵਾਸੀ ਭਾਰਤੀ ਨਿਵਾਸ, ਬਾਬਾ ਦੀਪ ਸਿੰਘ ਨਿਵਾਸ ਅਤੇ ਮਾਤਾ ਭਾਗ ਕੌਰ ਨਿਵਾਸ ਨੇ। ਇਹ ਸਪਸ਼ਟ ਕੀਤਾ ਗਿਆ ਸੀ ਕਿ ਉਹਨਾਂ ਵਿੱਚੋਂ ਕਿਸੇ ਨੂੰ ਵੀ ਨੋਟਿਸ ਨਹੀਂ ਦਿੱਤਾ ਗਿਆ। ਹੋ ਸਕਦਾ ਹੈ ਕਿ ਉਹਨਾਂ ਨੇ ਆਪਣੇ ਤੌਰ ਤੇ GST ਭਰਨਾ ਸ਼ੁਰੂ ਕਰ ਦਿੱਤਾ ਹੋਵੇ। ਇਸ ਸੰਬੰਧੀ ਜਾਰੀ ਨੋਟੀਫਿਕੇਸ਼ਨ ਦੇ ਆਧਾਰ ਤੇ SGPC ਦੀਆਂ ਸਰਾਵਾਂ ਲਾਭ ਲੈ ਸਕਦੀਆਂ ਨੇ। ਆਮ ਆਦਮੀ ਪਾਰਟੀ ਇਹਨਾਂ ਤੇ ਟੈਕਸ ਦਾ ਵਿਰੋਧ ਕਰ ਰਹੀ ਸੀ। CM ਭਗਵੰਤ ਮਾਨ ਨੇ ਕੇਂਦਰ ਤੋਂ ਇਹ ਟੈਕਸ ਵਾਪਸ ਲੈਣ ਲਈ ਮੰਗ ਕੀਤੀ ਸੀ। ਦੂਜੇ ਪਾਸੇ ਸੰਸਦ ਮੈਂਬਰ ਰਾਘਵ ਚੱਡਾ ਨੇ ਕੱਲ੍ਹ ਇਸ ਸੰਬੰਧੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਵੀ ਕੀਤੀ ਸੀ। ਪੰਜਾਬ ਦੇ ਸਾਰੇ ਸਰਕਾਰੀ ਮੈਡੀਕਲ ਕਾਲਜਾਂ ਤੇ ਉਹਨਾਂ ਦੇ ਅਧੀਨ ਚੱਲਣ ਵਾਲੇ ਸਰਕਾਰੀ ਹਸਪਤਾਲਾਂ 'ਚ ਹੁਣ CCTV ਸਾਰਿਆਂ ਤੇ ਆਪਣੀ ਨਜ਼ਰ ਬਣਾਈ ਰੱਖੇਗਾ। ਨੈਸ਼ਨਲ ਮੈਡੀਕਲ ਕਮਿਸ਼ਨ NMC ਨੇ ਸੂਬੇ ਦੇ ਸਮੂਹ ਸਰਕਾਰੀ ਮੈਡੀਕਲ ਕਾਲਜਾਂ 'ਚ 25 ਕੈਮਰੇ ਲਗਾਉਣ ਦੇ ਹੁਕਮ ਦਿੱਤੇ ਨੇ। CCTV ਕੈਮਰੇ ਲੱਗਣ ਤੋਂ ਬਾਅਦ ਡਾਕਟਰਜ਼ ਅਤੇ ਸਹਿਯੋਗੀ ਸਟਾਫ ਨੂੰ ਸਮਾਬੱਧ ਕੀਤਾ ਜਾਏਗਾ, ਜਦੋਂ ਕਿ ਮਰੀਜ਼ ਦੇ ਵਰਤਾਓ ਦੀ ਜਾਣਕਾਰੀ ਵੀ ਰਿਕਾਰਡ ਕੀਤੀ ਜਾਏਗੀ। ਇਸੇ ਤਹਿਤ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪੀਟਲ 'ਚ ਵੀ ਕੈਮਰੇ ਲਗਾਏ ਜਾਣਗੇ। NMC ਨੇ ਹੁਕਮ 'ਚ ਕਿਹਾ ਕਿ ਸਿਰਫ 16 ਚੈਨਲ ਵਾਲਾ DVR ਅਤੇ ਉੱਚ ਗੁਣਵੱਤਾ ਵਾਲਾ ਨਤੀਜਾ ਦੇਣ ਵਾਲਾ ਕੈਮਰਾ ਲਗਾਇਆ ਜਾਏਗਾ। ਡਾਕਟਰ ਵਿਵੇਕ ਬਿੰਦਰਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਐਨੀਮੇਟਡ ਵੀਡੀਓ ਅਪਲੋਡ ਕਰਨ ਤੇ ਹੋਏ ਵਿਵਾਦ ਤੋਂ ਬਾਅਦ ਸਿੱਖ ਪੰਥ ਤੋਂ ਮਾਫੀ ਮੰਗ ਲਈ ਹੈ। ਡਾਕਟਰ ਬਿੰਦਰਾ ਨੇ ਕੰਪਨੀ ਦੇ ਲੈਟਰ ਹੈਡ ਤੇ ਆਪਣਾ ਮਾਫੀਨਾਮਾ ਲਿਖ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਭੇਜਿਆ ਹੈ। ਡਾਕਟਰ ਵਿਵੇਕ ਬਿੰਦਰਾ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ, ਜਿਸ ਵਿੱਚ ਉਹਨਾਂ ਨੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਐਨੀਮੇਟਡ ਦਿਖਾਇਆ ਸੀ। ਦੀਵਾਨ ਟੋਡਲ ਮੱਲ ਨੂੰ ਜੈਨ ਭਾਈਚਾਰੇ ਨਾਲ ਜੋੜਿਆ ਸੀ। ਦੁਨੀਆ ਭਰ ਦੀਆਂ ਸਿੱਖ ਸੰਸਥਾਵਾਂ ਨੇ ਡਾਕਟਰ ਬਿੰਦਰਾ ਦੇ ਇਸ ਵੀਡੀਓ ਤੇ ਇਤਰਾਜ਼ ਪ੍ਰਗਟ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸ਼ਿਕਾਇਤ ਭੇਜੀ ਸੀ। ਸ਼ਿਕਾਇਤਾਂ ਵਿੱਚ ਕਿਹਾ ਗਿਆ ਕਿ ਵਿਵੇਕ ਬਿੰਦਰਾ ਨੇ ਜੋ ਵੀਡੀਓ ਅਪਲੋਡ ਕੀਤਾ ਉਸ ਵਿੱਚ 10ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਕਾਰਟੂਨ ਵੀ ਅਪਲੋਡ ਕੀਤਾ ਗਿਆ। ਗੁਰੂ ਸਾਹਿਬ ਦੇ ਜੀਵਨ ਇਤਿਹਾਸ ਸੰਬੰਧੀ ਗਲਤ ਤੱਥ ਵੀ ਪੇਸ਼ ਕੀਤੇ ਗਏ ਨੇ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਮਾਮਲੇ ਵਿੱਚ SGPC ਨੂੰ ਬਿੰਦਰਾ ਖਿਲਾਫ ਐਕਸ਼ਨ ਲੈਣ ਦੀ ਹਦਾਇਤ ਦਿੱਤੀ। SGPC ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਬਾਅਦ ਡਾਕਟਰ ਵਿਵੇਕ ਬਿੰਦਰਾ ਨੂੰ ਕਾਨੂੰਨੀ ਨੋਟਿਸ ਭੇਜ ਕੇ ਮਾਫੀ ਮੰਗਣ ਤੇ ਵੀਡੀਓ ਨੂੰ ਹਟਾਉਣ ਦੀ ਹਦਾਇਤ ਕੀਤੀ। ਪੁਲਿਸ ਕਮਿਸ਼ਨਰ ਰੇਟ ਅੰਮ੍ਰਿਤਸਰ ਨੂੰ ਵਿਲੱਖਤ ਸ਼ਿਕਾਇਤ ਦਿੱਤੀ ਸੀ, ਜਿਸ ਦੇ ਬਾਅਦ ਡਾਕਟਰ ਵਿਵੇਕ ਬਿੰਦਰਾ ਨੇ ਆਪਣੀ ਕੰਪਨੀ ਦੇ ਲੈਟਰ ਹੈਡ ਤੇ ਮਾਫੀਨਾਮਾ ਲਿਖ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ SGPC ਨੂੰ ਭੇਜਿਆ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।